ਸੰਧੂ ਸਾਹਿਬ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀਆਂ 'ਚ ਨਾਂ ਆਇਆ ਆਸ਼ੀਸ਼ ਮਿਸ਼ਰ ਦਾ। ਇਹਨਾਂ ਦਾ ਫੇਰ ਜੇਲ੍ਹ ਜਾਣ ਦਾ ਸਬੱਬ ਬਣ ਜਾਣਾ ਕਿਉਂਕਿ ਸੁਪਰੀਮ ਕੋਰਟ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਸਾਧਨ ਤਾਂ ਇਹਨਾਂ ਕੋਲ ਪੂਰੇ ਆ, ਆਖਰ ਅੜਿੱਕਾ ਕਿੱਥੋਂ ਪੈਦਾ ਹੋਇਆ? ਮਾਮਲਾ ਜਦੋਂ ਕਾਨੂੰਨ ਦੇ ਹੱਥ 'ਚ ਚਲਾ ਜਾਵੇ ਤਾਂ ਸ਼ਾਇਦ ਫਿਰ ਉਹੀ ਇੱਕ ਉਮੀਦ ਬਚਦੀ ਹੈ ਵੀ ਉੱਥੋਂ ਕੁਛ ਇਨਸਾਫ ਮਿਲੇਗਾ ਤਾਂ ਉੱਥੇ ਕੋਈ ਠੀਕ ਗੱਲ ਹੋਏਗੀ। ਪਰ ਇੱਥੇ ਹੈਰਾਨਗੀ ਦੀ ਗੱਲ ਇਹ ਆ ਕਿ ਜਿਹੜੇ ਨੁਕਤਿਆਂ ਦੇ ਉੱਤੇ ਹਾਈ ਕੋਰਟ ਨੇ ਆਸ਼ੀਸ਼ ਮਿਸ਼ਰ ਨੂੰ ਜ਼ਮਾਨਤ ਦਿੱਤੀ ਸੀ, ਉਹ ਨੁਕਤੇ ਸਾਰੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੇ। ਜਦ ਕਿ ਗੱਲ ਸੁਪਰੀਮ ਕੋਰਟ ਨੇ ਫਿਰ ਇਹ ਵੀ ਕਹਿ ਦਿੱਤੀ ਇੱਕ ਵਾਰ ਫਿਰ ਹਾਈ ਕੋਰਟ ਨੂੰ ਕਿ ਤੁਸੀਂ ਇਸ ਮਾਮਲੇ 'ਤੇ ਨਵੇਂ ਸਿਰੇ ਤੋਂ ਵਿਚਾਰ ਕਰ ਸਕਦੇ ਹੋ। ਮਾਮਲਾ ਬੜਾ ਗੈਰ ਗੰਭੀਰ ਹੈ, ਮਤਲਬ ਆਪਣੇ ਸਰੋਤਿਆਂ ਨੂੰ ਪਤਾ ਹੈ ਬੜੀ ਚੰਗੀ ਤਰ੍ਹਾਂ। ਆਪਾਂ ਵਾਰ-ਵਾਰ ਇਹਦੀ ਗੱਲ ਕਰਦੇ ਰਹੇ ਹਾਂ ਕਿ ਲਖੀਮਪੁਰ ਖੀਰੀ ਦੇ ਵਿੱਚ ਜਦੋਂ ਹਿੰਸਾ ਹੋਈ ਸੀ, ਗੱਡੀ ਚੜ੍ਹਾਈ ਗਈ, ਕਿਸਾਨ ਮਾਰੇ ਗਏ, ਪੱਤਰਕਾਰ ਮਾਰਿਆ ਗਿਆ, 2-3 ਲੋਕ ਹਿੰਸਾ 'ਚ ਵੀ ਮਾਰੇ ਗਏ, 8-9 ਮੌਤਾਂ ਹੋਈਆਂ ਉੱਥੇ। ਅਤੇ ਇਹ ਸਾਰਾ ਜਿਹੜਾ ਸੀਗਾ ਦੋਸ਼, ਇਹ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਜਿਹੜੇ ਅਜੇ ਮਿਸ਼ਰ, ਉਹਨਾਂ ਦੇ ਬੇਟੇ ਆਸ਼ੀਸ਼ ਮਿਸ਼ਰ ਵੱਲ ਨੂੰ ਉਂਗਲੀ ਆਈ। ਹਾਲਾਂਕਿ ਉਂਗਲੀ ਉਹਨਾਂ ਵੱਲ ਵੀ ਆਈ ਅਤੇ ਉਹਨਾਂ ਵੱਲ ਵੀ ਉਂਗਲੀ ਆਈ ਕਿ ਪਿੱਛੇ ਹੱਲਾਸ਼ੇਰੀ ਉਹਨਾਂ ਦੀ ਸੀ, ਪਰ ਉਹ ਅਜੇ ਵੀ ਆਪਣੇ ਅਹੁਦੇ ਉੱਤੇ, ਆਪਣੀ ਗੱਦੀ ਦੇ ਉੱਤੇ ਬੈਠੇ ਨੇ। ਉਹਨਾਂ ਦੀਆਂ ਸਪੀਚਾਂ ਜਿਹੜੀਆਂ ਸੀ ਉਹ ਵੀ ਸੁਣਾਈਆਂ ਗਈਆਂ, ਰਿਕਾਰਡ ਕੀਤੀਆਂ ਹੋਈਆਂ, ਉਹ ਵਾਇਰਲ ਦਿਖਾਈਆਂ ਗਈਆਂ। ਕਿਸ ਤਰ੍ਹਾਂ ਦੀਆਂ ਉਹ ਧਮਕੀਆਂ ਦੇ ਰਹੇ ਨੇ, ਪਹਿਲਾਂ ਕਿਸ ਤਰ੍ਹਾਂ ਪ੍ਰੋਗਰਾਮ ਰੱਖਿਆ ਸੀ, ਔਰ ਉਹਨਾਂ ਨੂੰ ਇਹ ਸੀ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਰੁਕਾਵਟ ਜਿਹੜੀ ਹੈ ਕਿਉਂ ਪੈਦਾ ਕੀਤੀ ਜਾ ਰਹੀ ਹੈ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਇਹ ਕਾਂਡ ਨਿਕਲਿਆ ਜਿਹੜਾ ਕਿੰਨੇ ਲੋਕਾਂ ਦੀ ਜਾਨ ਲੈ ਗਿਆ ਅਤੇ ਹੋਰ ਵੀ ਕਈ ਕੁਛ ਜਿਹੜਾ ਸੀ ਉਹ ਨੁਕਸਾਨ ਹੋਇਆ। ਹੁਣ ਜਿਹੜੀ ਉਹਦੀ FIR ਦੀ ਰਿਪੋਰਟ ਹੈ ਔਰ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਕੀਤੀ ਹੈ, ਇਹ ਸਾਰੇ ਇਹਨਾਂ ਦੇ ਉੱਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਤੂ ਪਰੰਤੂ ਤਾਂ ਉੱਠਦੇ ਹੀ ਆਏ ਹੈ। ਔਰ ਇਸ ਮਾਮਲੇ ਦੇ ਵਿੱਚ ਸਭ ਤੋਂ ਚੰਗੀ ਗੱਲ ਇਹ ਰਹੀ ਹੈ ਕਿ ਸੁਪਰੀਮ ਕੋਰਟ ਨੇ ਸ਼ੁਰੂ ਤੋਂ ਲੈ ਕੇ ਇਹਦੇ ਉੱਤੇ ਲਗਾਤਾਰ ਨਜ਼ਰ ਰੱਖੀ ਇਸ ਮਾਮਲੇ ਦੇ ਉੱਤੇ। ਜਦੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ ਗਈ, ਜਿਹੜਾ ਪਹਿਲਾਂ ਬਣਾਈ ਗਈ ਸੀ ਉਹ ਰੱਦ ਕਰ ਦਿੱਤੀ। ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਮ ਬਣੀ ਔਰ ਉਸ ਟੀਮ ਦੇ ਉੱਤੇ ਵੀ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਨੂੰ ਲਾਇਆ ਗਿਆ ਕਿ ਤੁਸੀਂ ਇਹਦੀ ਮੋਨੀਟਰਿੰਗ ਕਰਨੀ ਹੈ, ਤੁਸੀਂ ਇਹਨੂੰ ਦੇਖਣਾ ਆ ਕਿ ਅੱਜ ਕੀ ਹੋਇਆ, ਕੱਲ੍ਹ ਕੀ ਹੋਇਆ, ਜਿਹੜੇ ਇਹਦੇ ਮਿੰਟਸ ਆ, ਪਲ ਪਲ ਦੀ ਇਹਦੀ ਖਬਰ ਹੈ ਜਿਹੜੀ, ਉਹਦੇ ਉੱਤੇ ਤੁਸੀਂ ਨਜ਼ਰ ਰੱਖਣੀ ਹੈ, ਕਿਸੇ ਦੇ ਨਾਲ ਜ਼ਿਆਦਤੀ ਨਾ ਹੋਵੇ ਔਰ ਖ਼ਾਸ ਕਰਕੇ ਜਿਹੜੇ ਗਵਾਹ ਨੇ ਉਹਨਾਂ ਨੂੰ ਧਮਕਾਇਆ ਨਾ ਜਾਵੇ, ਉਹਨਾਂ ਦੇ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ। ਆਪਾਂ ਹਾਲਾਂਕਿ ਜਿਹੜਾ ਆਸ਼ੀਸ਼ ਮਿਸ਼ਰ ਆ ਉਹਦੀ ਜ਼ਮਾਨਤ ਦੇ ਮੁੱਦੇ 'ਤੇ ਹੀ ਗੱਲ ਕਰ ਰਹੇ ਹਾਂ, ਪਰ ਉਹ ਸਾਰੇ ਪਹਿਲੂ ਇਹਦੇ ਨਾਲ ਜੁੜੇ ਹੈ। ਗਵਾਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਗਵਾਹਾਂ ਦੇ ਉੱਤੇ ਹਮਲੇ ਵੀ ਹੋਏ, ਜਦ ਕਿ ਉਹਨਾਂ ਨੂੰ ਦਰਸਾਇਆ ਇਸ ਢੰਗ ਦੇ ਨਾਲ ਗਿਆ ਹੈ ਕਿ ਇਹ ਜਾਣਬੁੱਝ ਕੇ ਕੋਈ ਹਮਲਾ ਨਹੀਂ ਕੀਤਾ ਗਿਆ, ਇਹ ਕਿਤੇ ਕੋਈ ਸਹਿਜ ਸੁਭਾਅ ਗੱਲ ਹੋਈ ਹੈ ਜਾਂ ਉਹਨਾਂ ਲੋਕਾਂ ਦਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ, ਪਰ ਇਸ ਤਰ੍ਹਾਂ ਵਗੈਰਾ ਵਗੈਰਾ। ਜਦੋਂ ਕਿ ਜਿਹੜੀਆਂ ਕਿਸਾਨ ਯੂਨੀਅਨਾਂ, ਖਾਸ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ, ਉਹ ਹੁਣ ਤੱਕ ਇਸ ਗੱਲ ਨੂੰ ਉਠਾਉਂਦਾ ਆਇਆ ਕਿ ਗਵਾਹਾਂ ਦੇ ਉੱਤੇ ਜਾਂ ਤਾਂ ਪ੍ਰੈਸ਼ਰ ਪਾਇਆ ਜਾਏਗਾ, ਪ੍ਰੈਸ਼ਰ ਪਾ ਕੇ ਉਹਨਾਂ ਨੂੰ ਗਵਾਹੀਆਂ ਤੋਂ ਮੁਕਰਾਇਆ ਜਾਏਗਾ ਜਾਂ ਉਹਨਾਂ ਨੂੰ ਰਸਤੇ 'ਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਸਾਰਾ ਕੁਛ ਤਾਂ ਜਿਹੜੀਆਂ ਹਿੰਦੀ ਫਿਲਮਾਂ ਨੇ ਉਹਨਾਂ ਨੇ ਵੀ ਦੱਸਿਆ ਆ। ਸਾਰਾ ਕੁਛ ਫਿਲਮਾਂ ਵਾਲੇ ਵੀ ਬੜੇ ਵੱਡੇ ਵੱਡੇ ਸਬਕ ਦੇ ਦਿੰਦੇ ਨੇ, ਹਿੰਸਾ ਕਰਨੀ ਕਿੱਦਾਂ ਆ, ਹਿੰਸਾ ਲੁਕਾਉਣੀ ਕਿੱਦਾਂ ਆ, ਗਵਾਹਾਂ ਨੂੰ ਰਸਤੇ 'ਚੋਂ ਕਿਵੇਂ ਹਟਾਉਣਾ ਆ, ਉਹਨਾਂ ਨੂੰ ਮੁਕਰਾਉਣਾ ਕਿਵੇਂ ਆ, ਫੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰਨਾ। ਇਹ ਸਾਰਾ ਕੁਛ ਜਿਹੜਾ ਆ ਹਕੀਕਤ ਦੇ ਧਰਾਤਲ ਉੱਤੇ ਵੀ ਵਾਪਰਦਾ ਅਤੇ ਫਿਰ ਬਾਅਦ ਦੇ ਵਿੱਚ ਉਹ ਜਿਹੜਾ ਹੈ ਮੀਡੀਆ ਰਾਹੀਂ, ਸਿਨੇਮੇ ਰਾਹੀਂ, ਕਹਾਣੀਆਂ ਰਾਹੀਂ, ਨਾਵਲਾਂ ਰਾਹੀਂ ਵੀ ਉਹ ਲੋਕਾਂ ਤੱਕ ਪਹੁੰਚਦਾ ਹੈ ਅਤੇ ਅੱਗੋਂ ਉਹਦੇ ਉੱਤੇ ਫਿਰ ਨਵੀਆਂ ਨਵੀਆਂ ਖੋਜਾਂ ਹੁੰਦੀਆਂ ਨੇ। ਹੁਣ ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ ਦੀ ਸੁਣਵਾਈ, ਜਿਹੜਾ ਫੈਸਲਾ ਸੁਣਾਇਆ ਇਹਦੇ ਬਾਰੇ, ਸੁਣਵਾਈ ਤਾਂ ਉਹਨਾਂ ਨੇ ਪਹਿਲਾਂ ਕਰ ਰਹੀ ਸੀ, ਫੈਸਲਾ ਰਾਖਵਾਂ ਰੱਖਿਆ ਸੀ। ਅੱਜ ਉਹਨਾਂ ਨੇ ਫੈਸਲਾ ਸੁਣਾਇਆ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ ਜਦੋਂ ਆਸ਼ੀਸ਼ ਮਿਸ਼ਰ ਨੂੰ ਜ਼ਮਾਨਤ ਦਿੱਤੀ ਸੀ, ਉਹਨਾਂ ਨੇ ਜਿਹੜਾ ਪੀੜਤ ਪਰਿਵਾਰ ਆ ਉਹਦੇ ਪੱਖ ਨੂੰ ਅਤੇ ਬਾਕੀ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਧਿਆਨ ਉਹਨਾਂ ਵੱਲ ਨਹੀਂ ਦਿੱਤਾ, ਪ੍ਰੋਪਰਲੀ ਉਹਨਾਂ ਨੂੰ ਵੇਖਿਆ ਨਹੀਂ। ਪੀੜਤ ਪੱਖ ਜਿਹੜਾ ਸੀ ਉਹਦੀਆਂ ਗੱਲਾਂ ਬਾਤਾਂ ਪੂਰੀਆਂ ਸੁਣੀਆਂ ਨਹੀਂ ਗਈਆਂ। ਔਰ ਇਹ ਜਿਸ ਵੇਲੇ ਜ਼ਮਾਨਤ ਦਿੱਤੀ ਗਈ ਉਦੋਂ ਵੀ ਹੋਇਆ ਸੀ ਕਿਉਂਕਿ ਔਨਲਾਈਨ ਸੁਣਵਾਈ ਹੋ ਰਹੀ ਸੀ। ਜਦੋਂ ਉਹਨਾਂ ਦੀ ਵਾਰੀ ਆਈ ਸੀ, ਜਿਹੜਾ ਪੀੜਤ ਪੱਖ ਸੀ, ਜਦੋਂ ਉਹਨਾਂ ਨੇ ਆਪਣੀ ਗੱਲ ਕਹਿਣੀ ਸੀ, ਉਦੋਂ ਕਹਿੰਦੇ ਇੰਟਰਨੈਟ ਬੰਦ ਹੋ ਗਿਆ ਜੀ।
ਜੇ ਇੰਟਰਨੈਟ ਬੰਦ ਹੋ ਗਿਆ ਤਾਂ ਫਿਰ ਉਹਨੂੰ ਅਗਲੇ ਦਿਨ ਵਾਸਤੇ ਰੱਖ ਲੈਣਾ ਚਾਹੀਦਾ ਸੀ। ਹੁਣ ਉਹ ਫੈਸਲਾ ਅਦਾਲਤ ਨੇ ਦਿੱਤਾ, ਅਸੀਂ ਤਾਂ ਅਦਾਲਤ ਦੀ ਕਿਸੇ ਕਾਰਵਾਈ ਦੇ ਉੱਤੇ ਟਿੱਪਣੀ ਨਹੀਂ ਕਰ ਸਕਦੇ, ਨਾ ਕੋਈ ਕਹਿ ਸਕਦੇ ਹਾਂ। ਪਰ ਇਹ ਆਗੂਆਂ ਵੱਲੋਂ, ਲੋਕਾਂ ਵੱਲੋਂ, ਪੀੜਤ ਪਰਿਵਾਰਾਂ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਗੱਲ ਨਹੀਂ ਸੁਣੀ ਗਈ, ਅਤੇ ਹੁਣ ਉਹੀ ਗੱਲ ਸੁਪਰੀਮ ਕੋਰਟ ਨੇ ਕਹਿ ਦਿੱਤੀ। ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਹਾਂ ਜੀ, ਹਾਈ ਕੋਰਟ ਨੇ ਪੀੜਤ ਪਰਿਵਾਰ ਜਿਹੜੇ ਸੀ ਜਾਂ ਪੀੜਤ ਧਿਰਾਂ ਜਿਹੜੀਆਂ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਿਆ ਨਹੀਂ। ਫਿਰ ਉਹਨਾਂ ਨੇ ਇਹ ਸੁਪਰੀਮ ਕੋਰਟ ਨੇ ਇਹ ਗੱਲ ਕਹੀ, ਇਹੀ ਨੁਕਤੇ ਜਿਹੜੇ ਸੀ ਇਹਨਾਂ ਨੂੰ ਆਧਾਰ ਬਣਾਇਆ ਕਿ ਪੀੜਤ ਪੱਖ ਨੂੰ ਸੁਣਿਆ ਨਹੀਂ ਗਿਆ, ਉਹਨੂੰ ਜ਼ਮਾਨਤ ਦੇਣ ਦੇ ਵਿੱਚ ਜਲਦਬਾਜ਼ੀ ਕੀਤੀ ਗਈ ਹੈ, ਔਰ ਇਹ ਵੀ ਕਿਹਾ ਗਿਆ ਸੀ ਕਿ ਜੇ ਇਹਨੂੰ ਜ਼ਮਾਨਤ ਦਿੱਤੀ ਗਈ ਤਾਂ ਇਹ ਕੇਸ ਨੂੰ ਪ੍ਰਭਾਵਿਤ ਕਰ ਸਕਦਾ, ਇਸ ਕਰਕੇ ਵੀ ਇਹਦਾ ਬਾਹਰ ਰਹਿਣਾ ਠੀਕ ਨਹੀਂ। ਇਸ ਕਰਕੇ ਉਹਨੂੰ 1 ਹਫ਼ਤੇ ਦੇ ਵਿੱਚ ਸਰੈਂਡਰ ਕਰਨਾ ਪਵੇਗਾ। ਮਤਲਬ 1 ਹਫ਼ਤੇ ਦਾ ਉਹਨੂੰ ਟਾਈਮ ਦਿੱਤਾ ਆ ਕਿ ਤੂੰ ਹੁਣ ਸਰੈਂਡਰ ਕਰ ਅਤੇ ਦੁਬਾਰਾ ਜੇਲ੍ਹ ਦੇ ਵਿੱਚ ਜਾ। ਪਰ ਨਾਲ ਇੱਕ ਰਸਤਾ ਉਹਦੇ ਵਾਸਤੇ ਵੀ ਰੱਖਿਆ, ਕਿਉਂਕਿ ਜਿੱਦਾਂ ਮਰਜ਼ੀ ਗੁਨਾਹਗਾਰ ਹੋਵੇ, ਜਿਹੜਾ ਕਾਨੂੰਨ ਹੈ ਉਹਨੂੰ ਪੂਰਾ ਦਾ ਪੂਰਾ ਮੌਕਾ ਦਿੰਦਾ ਕਿ ਉਹ ਆਪਦੀ ਗੱਲ ਕਹਿ ਸਕੇ ਕਿ ਮੇਰੀ ਕੋਈ ਗੱਲ ਕਹਿਣ ਵਾਲੀ ਰਹਿ ਗਈ ਹੈ, ਇੱਦਾਂ ਦਾ ਨਾ ਹੋਵੇ। ਉਹਨੂੰ ਇਹ ਫਿਰ ਕਿਹਾ ਗਿਆ ਕਿ ਜੇ ਉਸਨੂੰ ਇਹ ਲੱਗੇ ਤਾਂ ਉਹ ਦੁਬਾਰਾ ਹਾਈ ਕੋਰਟ ਦੇ ਵਿੱਚ, ਇਲਾਹਾਬਾਦ ਹਾਈ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਦੀ ਅਰਜ਼ੀ ਨੂੰ ਫਿਰ ਦਾਇਰ ਕਰ ਸਕਦਾ ਹੈ। ਹੁਣ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਵੀ ਨਾਲ ਹੀ ਫਟਾਫਟ ਇਹ ਗੱਲਾਂ ਸਾਰੀਆਂ ਜਿਹੜੀਆਂ ਸੀ, ਮੇਰਾ ਖਿਆਲ ਹੈ ਜਦੋਂ ਫੈਸਲਾ ਸੁਣਾਇਆ ਜਾ ਰਿਹਾ ਜਾਂ ਫੈਸਲੇ ਤੋਂ ਪਹਿਲਾਂ ਵੀ ਉਹਨਾਂ ਨੇ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਕਰ ਲਿਆ ਹੋਣਾ ਕਿ ਅਸੀਂ ਅੱਗੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਇਹ ਪਹਿਲਾਂ ਤਰਜੀਹ ਪਾ ਸਕਦੇ ਹਾਂ ਕਿ ਇਹਦੀ ਸਰੈਂਡਰ ਕਰਨ ਦੀ ਜਿਹੜੀ ਮਿਆਦ ਹੈ ਉਹ ਵਧਾਈ ਜਾਵੇ। ਦੂਜੀ ਉਹਨਾਂ ਨੇ ਕਿਹਾ ਜੀ ਅਸੀਂ ਰਿਵਿਊ ਪਟੀਸ਼ਨ ਜਿਹੜੀ ਹੈ ਉਹ ਦਾਖਲ ਕਰ ਸਕਦੇ ਹਾਂ ਇਸ ਫੈਸਲੇ ਦੇ ਖਿਲਾਫ। ਉਹ ਰਿਵਿਊ ਪਟੀਸ਼ਨ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਹੀ ਹੋਣੀ ਹੈ। ਚਲੋ ਕੁਛ ਟਾਈਮ ਤਾਂ ਲੱਗ ਜਾਏਗਾ ਨਾ, ਜਦ ਤੱਕ ਰਿਵਿਊ ਪਟੀਸ਼ਨ ਦੇ ਉੱਤੇ ਫੈਸਲਾ ਨਹੀਂ ਆਉਂਦਾ। ਜੇ ਰਿਵਿਊ ਪਟੀਸ਼ਨ ਜਿਹੜੀ ਆ ਉਹ ਖਾਰਜ ਹੋ ਜਾਂਦੀ ਆ ਤਾਂ ਫਿਰ ਇੱਕ 5 ਜੱਜਾਂ ਦੇ ਸਾਹਮਣੇ ਕਿਊਰੇਟਿਵ ਪਟੀਸ਼ਨ ਦਾਖਲ ਕਰਨ ਦੀ ਵਿਵਸਥਾ ਹੈ ਕਾਨੂੰਨ ਦੇ ਵਿੱਚ, ਫਿਰ ਉਹ ਕੀਤੀ ਜਾ ਸਕਦੀ ਹੈ। ਤੀਜਾ ਬਦਲ ਆ ਉਹਨਾਂ ਦੇ ਕੋਲ। ਮਤਲਬ ਇਸ ਤਰ੍ਹਾਂ ਬਹੁਤ ਸਾਰੇ ਬਦਲ ਨੇ, ਅਤੇ ਜੇ ਇਹ ਸਾਰੇ ਬਦਲ ਜਿਹੜੇ ਨੇ ਇਹ ਨਹੀਂ ਮੰਨੇ ਜਾਂਦੇ ਜਾਂ ਰੱਦ ਹੋ ਜਾਂਦੇ ਨੇ ਅਤੇ ਫਿਰ ਉਹ ਦੁਬਾਰਾ ਫਰੈਸ਼ ਜਿਹੜੀ ਐਪਲੀਕੇਸ਼ਨ ਹੈ ਜ਼ਮਾਨਤ ਵਾਸਤੇ ਉਹ ਦਾਇਰ ਕਰ ਸਕਦਾ ਹੈ। ਔਰ ਇਹ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਦੀ ਧਿਰ ਜਿਹੜੀ ਹੈ ਉਹ ਵਿਚਾਰ ਕਰ ਰਹੀ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ, ਉਹਨਾਂ ਦੇ ਆਗੂਆਂ ਨੇ, ਰਕੇਸ਼ ਟਕੈਤ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਜਦੋਂ ਤੋਂ ਜ਼ਮਾਨਤ ਮਿਲੀ ਸੀ ਉਦੋਂ ਤੋਂ ਇਸ ਗੱਲ ਦੇ ਉੱਤੇ ਸਾਰੀਆਂ ਧਿਰਾਂ ਜਿਹੜੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਖੜੀਆਂ ਸੀ, ਔਰ ਉਹ ਕਹਿ ਰਹੀਆਂ ਸੀਗੀਆਂ ਕਿ ਇਹਦੇ ਨਾਲ ਫੈਸਲਾ ਜਿਹੜਾ ਹੈ ਕਾਨੂੰਨ ਪ੍ਰਕਿਰਿਆ ਜਿਹੜੀ ਆ ਪ੍ਰਭਾਵਿਤ ਹੋ ਸਕਦੀ ਹੈ, ਗਵਾਹ ਪ੍ਰਭਾਵਿਤ ਹੋ ਸਕਦੇ ਨੇ। ਅਤੇ ਉਹ ਬਹੁਤ ਜਲਦੀ, ਮਤਲਬ ਲਗਭਗ 3 ਕੁ ਮਹੀਨਿਆਂ ਦੇ ਬਾਅਦ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਉਹਦੀ ਜ਼ਮਾਨਤ ਹੋ ਗਈ ਸੀ 15 ਫਰਵਰੀ ਨੂੰ, ਔਰ ਉਸ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ। ਫਿਰ ਇਹ ਪਟੀਸ਼ਨ ਪਾਈ ਗਈ ਅਤੇ ਅੱਜ ਲਗਭਗ ਇਸ ਗੱਲ ਨੂੰ ਵੀ 2 ਮਹੀਨੇ ਹੋ ਗਏ। 2 ਮਹੀਨਿਆਂ ਦੇ ਵਿੱਚ ਸੁਣਵਾਈ ਹੋ ਕੇ ਸੁਪਰੀਮ ਕੋਰਟ ਦੇ ਵਿੱਚ ਫਿਰ ਉਹਦੀ ਜ਼ਮਾਨਤ ਦੀ ਜਿਹੜੀ ਸੀ ਉਹ ਜ਼ਮਾਨਤ ਰੱਦ ਕਰ ਦਿੱਤੀ ਗਈ। ਉਸ ਨੂੰ ਕਿਹਾ ਗਿਆ ਦੁਬਾਰਾ ਸਰੈਂਡਰ ਕਰੇ। ਹੁਣ ਅੱਗੇ ਕਿਹੜਾ ਫੈਸਲਾ ਕਿਸ ਧਿਰ ਵੱਲੋਂ ਕੀ ਅਪਣਾਇਆ ਜਾਂਦਾ ਹੈ, ਆਪਾਂ ਉਹਨੂੰ ਆਪਣੇ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰਾਂਗੇ। ਜੀ ਸਰ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਸਿਰ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਪਰ ਇਹ ਖਰਚ ਕਿੱਥੇ ਕੀਤਾ ਗਿਆ ਇਹਦੀ ਜਾਂਚ ਕਰਾਂਗੇ ਤੇ ਫਿਰ ਕਿਤੋਂ ਰਿਕਵਰੀ ਕਰਨ ਦੀ ਵੀ ਉਹਨਾਂ ਨੇ ਗੱਲ ਆਖੀ ਹੈ। ਕੁਝ ਹੋਰ ਵੀ ਸੰਕੇਤ ਦਿੱਤੇ ਹੋਣਗੇ ਖਬਰਾਂ ਦੇ ਵਿੱਚ, ਐਲਾਨ ਦੇ ਵਿੱਚ। ਹਾਂਜੀ ਸੰਧੂ ਸਾਹਿਬ। ਹਜੇ ਤੇ ਵੈਸੇ ਉਹਨਾਂ ਨੇ ਇੰਨਾ ਹੀ ਸੰਕੇਤ ਦਿੱਤਾ ਆ। ਮਸਲਾ ਜਿਹੜਾ ਕਿ ਬਹੁਤ ਛੋਟਾ ਨਹੀਂ ਹੈ, ਬਹੁਤ ਵੱਡਾ ਆ ਕਿ 3 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਵੇਂ ਚੜ੍ਹਿਆ। ਸਵਾਲ ਇਹ ਆ ਕਿ ਹੁਣ ਇਹ ਮਸਲਾ ਜਿਹੜਾ ਸਾਰਾ ਇਹ ਇਕਨੋਮਿਕਸ ਦਾ ਆ, ਆਰਥਿਕਤਾ ਦਾ ਮਸਲਾ ਹੈ। ਪੈਸਾ ਜਿਹੜਾ ਉਹ ਤੁਹਾਡੇ ਕੋਲ ਕਿੱਥੋਂ ਜਨਰੇਟ ਹੋ ਰਿਹਾ, ਜਿਹੜਾ ਤੁਸੀਂ ਖਰਚ ਕਰ ਰਹੇ ਹੋ, ਤੁਹਾਡੇ ਕੋਲ ਪੈਸਾ ਆ ਕਿੱਥੋਂ ਰਿਹਾ ਆ। ਜਦੋਂ ਅਸੀਂ ਇਹ ਬਜਟ ਸਾਲ ਦੇ ਬਾਅਦ ਜਦੋਂ ਬਜਟ ਪੇਸ਼ ਕਰਦੇ ਆ, ਜਿਹੜਾ ਇਸ ਵਾਰੀ ਵੀ ਬਜਟ ਪੇਸ਼ ਹੋਇਆ ਸੀ 24,000 ਕਰੋੜ ਦੇ ਘਾਟੇ ਦਾ ਬਜਟ ਪੇਸ਼ ਹੋਇਆ ਸੀ ਪੰਜਾਬ ਦਾ। ਔਰ ਜਦੋਂ ਤੁਹਾਡੇ ਕੋਲ ਪਹਿਲਾਂ ਹੀ ਤੁਸੀਂ ਬਜਟ ਪੇਸ਼ ਕੀਤਾ, ਤੁਸੀਂ ਸਕੀਮਾਂ ਘੜ ਲਈਆਂ ਕਿ ਅਸੀਂ ਇੰਨਾ ਰੁਪਈਆ ਪੰਜਾਬ ਦੇ ਉੱਤੇ ਖਰਚ ਕਰਨਾ, ਅਤੇ ਤੁਹਾਡੇ ਕੋਲ 24,000 ਕਰੋੜ ਰੁਪਈਆ ਨਹੀਂ ਹੈ, ਫਿਰ ਤੁਸੀਂ 24,000 ਕਰੋੜ ਰੁਪਈਆ ਜਿਹੜਾ ਉਹ ਤੁਸੀਂ ਕਰਜ਼ਾ ਲਓਗੇ। ਫਿਰ ਅਗਲਾ ਸਾਰਾ ਸਾਲ ਵੀ ਤੁਸੀਂ ਚੁੱਪ ਕਰਕੇ ਤਾਂ ਨਹੀਂ ਨਾ ਬੈਠੇ ਰਹਿਣਾ। ਤੁਹਾਡੇ ਕੋਲ ਕੋਈ ਹੋਰ ਢੰਗ ਨਹੀਂ ਹੈ। ਤੁਹਾਡੇ ਕੋਲ ਇਹ ਢੰਗ ਹੈ ਜਿਹੜੇ ਤੁਸੀਂ ਲੋਕਾਂ ਨੂੰ ਲੋਲੀਪੌਪ ਵੰਡਣੇ ਆ, ਗੱਫੇ ਵੰਡਣੇ ਆ, ਰਿਆਇਤਾਂ ਜਿਹੜੀਆਂ ਖੁਸ਼ ਕਰਨਾ ਉਹਨਾਂ ਨੂੰ, ਤਾਂ ਉਹ ਤੁਸੀਂ ਇੱਦਾਂ ਦੇ ਜਿਹੜੇ ਸਿਆਸਤਦਾਨ ਕੰਮ ਕਰਦੇ ਆ ਤਾਂ ਕਿ ਲੋਕਾਂ ਨੂੰ ਆਪਦੇ ਨਾਲ ਜੋੜਿਆ ਜਾ ਸਕੇ। ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ। ਹੁਣ ਤਾਂ ਚਲੋ ਇਹ ਸਰਕਾਰ ਨਵੀਂ ਬਣੀ ਹੈ, ਪਰ ਸਰਕਾਰ ਤਾਂ ਇਹ ਵੀ ਲਗਭਗ ਉੱਦਾਂ ਦੇ ਕਦਮ ਕੁਛ ਨਾ ਕੁਛ ਚੁੱਕ ਰਹੀ ਹੈ ਨਾ ਕਿਤੇ ਇਹ ਵੀ ਉਸੇ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਜੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਕਿੰਨੀਆਂ ਸਕੀਮਾਂ ਚਲਾਈਆਂ ਔਰ ਉਹਨਾਂ ਨੇ ਉਹਨਾਂ ਦੇ ਉੱਤੇ ਪੈਸਾ ਖਰਚ ਕੀਤਾ,
ਫਿਰ ਆਪਾਂ ਇਹ ਦੇਖਦੇ ਰਹੇ ਹਾਂ ਕਿ ਪੈਨਸ਼ਨਾਂ ਦੇ ਉੱਤੇ ਉਹਨਾਂ ਦੀਆਂ 'ਤੇ ਪੈਸਾ ਖਰਚ, ਉਹਨਾਂ ਦੀਆਂ ਤਨਖਾਹਾਂ ਦੇ ਉੱਤੇ ਪੈਸਾ ਖਰਚ, ਜਿਹੜੀ ਵਿਧਾਇਕਾਂ ਦੀ ਔਰ ਮੰਤਰੀਆਂ ਦੀ ਫੌਜ ਹੈ ਉਹਨਾਂ ਦੇ ਉੱਤੇ ਪੈਸਾ ਖਰਚ, ਉਹਨਾਂ ਦੇ ਜਿਹੜੇ ਡਾਕਟਰੀ ਖਰਚੇ ਉਹਨਾਂ ਦੇ ਉੱਤੇ ਪੈਸਾ ਖਰਚ, ਇੱਥੋਂ ਤੱਕ ਕਿ ਜਿਹੜਾ ਉਹ ਆਮਦਨ ਟੈਕਸ ਭਰਦੇ ਆ ਉਹ ਵੀ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਭਰਦੇ ਆ, ਉਹ ਵੀ ਉਹਦੇ ਉੱਤੇ ਬੋਝ ਪੈਂਦਾ ਹੈ। ਫਿਰ ਜਦੋਂ ਤੁਹਾਡੇ ਕੋਲ ਕਿਸੇ ਪਾਸਿਓਂ ਪੈਸਾ ਉਨਾ ਆ ਹੀ ਨਹੀਂ ਰਿਹਾ ਜਿੰਨਾ ਤੁਸੀਂ ਪੈਸਾ ਖਰਚ ਕਰ ਰਹੇ ਹੋ, ਅਤੇ ਨੈਚੁਰਲੀ ਹੈ ਕਿ ਤੁਹਾਡੇ ਉੱਤੇ ਉਹ ਕਰਜ਼ਾ ਚੜ੍ਹਨਾ ਹੈ। ਹੁਣ ਇਹਦੇ 'ਚ ਜੇ ਭਗਵੰਤ ਮਾਨ ਸਿੰਘ ਹੋਰਾਂ ਨੇ ਕਿਹਾ ਹੈ ਤਾਂ ਉਹ ਲੱਭ ਤਾਂ ਇਹ ਹੀ ਸਕਦੇ ਨਾ ਕਿ ਜੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੈ ਅਤੇ 3 ਲੱਖ ਕਰੋੜ ਰੁਪਇਆ ਇਹਨਾਂ ਨੇ ਚੱਕਿਆ ਹੋਇਆ ਬਾਹਰੋਂ, ਜਿਹੜਾ ਕਰਜ਼ਾ ਇਹਦੇ ਸਿਰ 'ਤੇ ਖੜ੍ਹਾ ਆ, ਤਾਂ ਉਹ ਪੈਸਾ ਇਹਨਾਂ ਨੇ ਉੱਥੋਂ ਲੈ ਕੇ ਉਸ ਨੂੰ ਕਿੱਥੇ ਖਰਚ ਕੀਤਾ। ਇਸ ਕਰਕੇ ਇਹ ਹੁਣ ਇੱਕ ਲੰਬੀ ਕਵਾਇਦ ਹੈ। ਮਤਲਬ ਉਹਨਾਂ ਨੇ ਮੁਫਤ ਬਿਜਲੀ ਦੇਣ ਦੇ ਉੱਤੇ ਖਰਚ ਕੀਤਾ ਹੈ, ਕਿ ਉਹਨਾਂ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਉੱਤੇ ਖਰਚ ਕੀਤਾ ਹੈ, ਕਿ ਉਹਨਾਂ ਨੇ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ ਉਹਦਾ ਮੁਆਵਜ਼ਾ ਦੇਣ ਦੇ ਉੱਤੇ ਖਰਚ ਕੀਤਾ ਹੈ, ਕਿ ਉਹਨਾਂ ਨੇ ਹੋਰ ਜਿਹੜੀਆਂ ਸਕੀਮਾਂ ਵੱਖ-ਵੱਖ ਵਰਗਾਂ ਦੇ ਵਾਸਤੇ ਜਿਹੜੀਆਂ ਬਣਾਈਆਂ ਹੋਈਆਂ। ਕਿਉਂਕਿ ਕਦੇ ਪੂਰੇ ਸਮਾਜ ਨੂੰ, ਪੂਰੇ ਦੇਸ਼ ਨੂੰ ਕਦੀ ਇੱਕ ਸੂਤਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਤਾਂ ਕੀਤੀ ਹੀ ਨਹੀਂ ਗਈ। ਉਹ ਹਰ ਨੁਕਤਾ ਜਿੱਥੇ ਵੀ ਕਿਤੇ ਕੋਈ ਸ਼ੁਰੂ ਹੁੰਦਾ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਜਾਤ ਪਾਤ ਆ ਜਾਂਦੀ ਹੈ, ਕੋਈ ਉਮਰ ਵਰਗ ਆ ਜਾਂਦਾ ਹੈ, ਕੋਈ ਹੋਰ ਚੀਜ਼ ਆ ਜਾਂਦੀ ਹੈ, ਕੁਛ ਨਾ ਕੁਛ ਉਹਦੇ ਵਿੱਚ ਆ ਜਾਂਦਾ ਹੈ। ਫਿਰ ਸਾਰੇ ਵਰਗਾਂ ਨੂੰ ਖੁਸ਼ ਕਰਨਾ ਹੁੰਦਾ, ਵੱਖਰੇ ਵੱਖਰੇ ਵਰਗਾਂ ਨੂੰ, ਕਦੀ ਇੱਕ ਵਰਗ ਨੂੰ ਖੁਸ਼ ਕਰ ਲਿਆ, ਕਦੀ ਦੂਜੇ ਨੂੰ ਕਰ ਲਿਆ, ਕਦੀ ਤੀਜੇ ਨੂੰ ਕਰ ਲਿਆ, ਕਦੀ ਚੌਥੇ ਨੂੰ ਕਰ ਲਿਆ। ਪਰ ਹੁਣ ਭਗਵੰਤ ਮਾਨ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਇਹ ਪੈਸਾ ਖਰਚ ਹੋਇਆ, ਮੈਨੂੰ ਪਤਾ ਹੈ ਵੀ ਇਹ ਕਿੱਥੇ ਖਰਚ ਹੋਇਆ ਅਤੇ ਕਿੱਥੇ ਪਿਆ, ਇਹ ਕਰਜ਼ਾ ਜਿਹੜਾ ਹੈ ਇਹ ਕਿੱਥੇ ਪਿਆ ਵਾ, ਮੈਨੂੰ ਇਸ ਚੀਜ਼ ਦਾ ਪਤਾ ਹੈ, ਅਸੀਂ ਇਹਦੀ ਰਿਕਵਰੀ ਕਰਨੀ ਹੈ। ਉਹ ਕਹਿੰਦੇ ਨੇ ਇਹਦੀ ਰਿਕਵਰੀ ਕਰਨੀ ਹੈ। ਹੁਣ ਜੇ ਕੱਲ੍ਹ ਨੂੰ ਇਹਦੀ ਰਿਕਵਰੀ ਕਰ ਲੈਣਗੇ ਤਾਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਰਿਕਵਰੀ ਕਰ ਲਈ ਹੈ। ਜੇ ਉਹਨਾਂ ਤੋਂ ਰਿਕਵਰੀ ਨਹੀਂ ਹੋਏਗੀ ਤਾਂ ਉਹਨਾਂ ਦਾ ਬਿਆਨ ਵੀ ਇਹ ਉੱਦਾਂ ਦਾ ਹੀ ਹੋਏਗਾ ਜਿੱਦਾਂ ਦੇ ਬਾਕੀਆਂ ਦੇ ਬਿਆਨ ਪਹਿਲਾਂ ਦੇ ਹੁੰਦੇ ਆ, ਕਿ ਉਹ 3 ਲੱਖ ਕਰੋੜ ਰੁਪਇਆ ਜਿਹੜਾ ਉਹ ਲੋਕਾਂ ਕੋਲੋਂ ਰਿਕਵਰ ਕਰਕੇ ਫਿਰ ਉਹਦੀ ਮਤਲਬ ਜਾਂਚ ਕਰਨਗੇ ਔਰ ਉਹਨਾਂ ਦੇ ਖਿਲਾਫ ਕਾਰਵਾਈ ਕਰਨਗੇ। ਹੁਣ ਇਹਦੇ ਤੋਂ ਪਹਿਲਾਂ ਦੀਆਂ ਸਰਕਾਰਾਂ ਕਿਹੜੀਆਂ ਰਹੀਆਂ, ਅਕਾਲੀ ਦਲ ਦੀ ਸਰਕਾਰ ਰਹੀ ਜਾਂ ਕਾਂਗਰਸ ਦੀ, ਹੋਰ ਤਾਂ ਕੋਈ ਤੀਜੀ ਸਰਕਾਰ ਇਹਦੇ 'ਚ ਆਈ ਨਹੀਂ, ਨਾ ਤਾਂ ਖੱਬੇ ਪੱਕੀਆਂ ਦੀ ਕੋਈ ਸਰਕਾਰ ਆਈ ਹੈ। ਨਰੋਲ ਪੱਧਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਆਈ, BSP ਦੀ ਸਰਕਾਰ ਨਹੀਂ ਆਈ, ਕਿਸੇ ਪਾਰਟੀ ਦੀ ਹੋਰ ਸਰਕਾਰ ਨਹੀਂ ਆਈ। ਮਤਲਬ ਇਹੀ ਸਰਕਾਰਾਂ ਜਿਹੜੀਆਂ ਨੇ ਵਾਰ-ਵਾਰ ਆਉਂਦੀਆਂ ਰਹੀਆਂ ਨੇ, ਔਰ ਉਹਨਾਂ ਦੋਨਾਂ ਸਰਕਾਰਾਂ ਦੇ ਆਗੂ ਜਿਹੜੇ ਬੈਠੇ ਆ ਹੁਣ ਉਹਨਾਂ ਤੋਂ ਇਨਕੁਆਇਰੀ ਕਰਕੇ ਇਹ ਪੈਸਾ, ਕਿਉਂਕਿ ਆ ਜਿਹੜੀ ਇੱਕੋ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਨਾ, ਜੇ ਇਹਦੇ ਤੋਂ ਪਹਿਲਾਂ ਵਾਲਾ ਜਿਹੜਾ ਕਰਜ਼ਾ ਅਕਾਲੀ ਦਲ ਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿੰਨਾ ਛੱਡ ਕੇ ਗਈ ਸੀਗੀ, ਉਹ ਡਬਲ ਤੋਂ ਵੀ ਵੱਧ ਹੋ ਗਿਆ ਇਕੱਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ। ਤਾਂ ਉਹ ਦੱਸਣਗੇ ਆਪੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾਂ ਉਹਨਾਂ ਦੇ ਬੰਦੇ ਦੱਸਣਗੇ ਉਸ ਵੇਲੇ ਦੇ ਜਿਹੜੇ ਕਰਤਾ ਧਰਤਾ ਸੀ ਕਿ ਇਹ ਜਿਹੜਾ ਪੈਸਾ ਆਇਆ ਇਹ ਕਿੱਥੋਂ ਖਰਚ ਕੀਤਾ ਅਤੇ ਕਿਵੇਂ ਕੀਤਾ। ਹੁਣ ਸਵਾਲ ਇੱਕ ਇਹ ਆ ਅਤੇ ਦੂਜਾ ਇਹ ਆ ਕਿ ਕੀ ਹੁਣ ਵਾਲੀ ਜਿਹੜੀ ਸਰਕਾਰ ਹੈ ਉਹ ਇੱਦਾਂ ਦਾ ਕੋਈ ਕਦਮ ਨਹੀਂ ਚੁੱਕ ਰਹੀ ਜਿਹਦੇ ਉੱਤੇ ਇਹ ਪੈਸਾ ਖਰਚ ਹੋਵੇ। ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਹੁੰ ਚੁੱਕੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਕੀ ਇਹਨਾਂ ਨੇ ਕੋਈ ਇੱਦਾਂ ਦਾ ਪੈਸਾ ਖਰਚ ਨਹੀਂ ਕੀਤਾ। ਜਿਹੜਾ ਆਪਾਂ ਕਹੀਏ ਕਿ 2.5-3 ਕਰੋੜ ਰੁਪਇਆ ਖਟਕੜ ਕਲਾਂ 'ਚ ਸਹੁੰ ਚੁੱਕ ਸਮਾਗਮ ਦੇ ਉੱਤੇ ਖਰਚ ਹੋਇਆ ਸੀ, ਉਹ ਕਿਹਨੇ ਆਪਣੀ ਜੇਬ 'ਚੋਂ ਲਾਇਆ। ਜੇ ਇਹਨਾਂ ਨੇ ਰੋਡ ਸ਼ੋਅ ਕੀਤਾ ਅੰਮ੍ਰਿਤਸਰ ਦੇ ਵਿੱਚ, ਸਾਰੇ ਪੰਜਾਬ ਦੀਆਂ ਬੱਸਾਂ ਇਕੱਠੀਆਂ ਕਰਕੇ, ਸਾਰੇ ਪੰਜਾਬ ਦੇ ਲੋਕ ਇਕੱਠੇ ਕਰਕੇ ਉੱਥੇ ਲੈ ਗਏ ਰੋਡ ਸ਼ੋਅ ਕਰਨ ਵਾਸਤੇ, ਦਿਖਾਵਾ ਕਰਨ ਵਾਸਤੇ, ਉਹ ਜਿਹੜਾ ਪੈਸਾ ਖਰਚ ਹੋਇਆ ਸੀਗਾ ਉਹ ਕਿਹਨੇ ਖਰਚ ਕੀਤਾ, ਉਹ ਕਿੱਥੋਂ ਆਇਆ। ਮਤਲਬ ਇਹ ਜਿਹੜੇ ਇਸ ਤਰ੍ਹਾਂ ਦੇ ਸਮਾਗਮ, ਇਸ ਤਰ੍ਹਾਂ ਦੀ ਸ਼ੋਸ਼ੇ, ਹੁਣ ਜਿਹੜੇ ਇਸ਼ਤਿਹਾਰ ਲੱਗ ਰਹੇ ਨੇ ਨਿੱਤ ਦਿਹਾੜੇ ਅਖਬਾਰਾਂ ਦੇ ਵਿੱਚ ਪੰਜਾਬ ਸਰਕਾਰ ਦੇ, ਅਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੁੰਦੀ ਹੈ, ਇਹ ਇੰਨਾ ਪੈਸਾ ਖਰਚ ਹੋ ਰਿਹਾ, ਇਹ ਪੈਸਾ ਕਿੱਥੋਂ ਆ ਰਿਹਾ ਸਾਰਾ ਦਾ ਸਾਰਾ ਪੈਸਾ। ਇਹ ਪੈਸਾ ਤਾਂ ਬੇਸਿਕਲੀ ਲੋਕਾਂ ਦਾ ਹੀ ਹੈ, ਜਨਤਾ ਦਾ ਹੀ ਹੈ। ਜਿਹੜਾ ਕਰਜ਼ਾ ਉਹ ਵੀ ਲੋਕਾਂ ਦੇ ਉੱਤੇ ਪੈਣਾ, ਨਾ ਤਾਂ ਸਿਆਸੀ ਆਗੂਆਂ ਨੇ ਕਰਜ਼ਾ ਦੇਣਾ ਹੁੰਦਾ ਅਤੇ ਨਾ ਉਹਨਾਂ ਨੇ ਆਪਣੀ ਜੇਬ 'ਚੋਂ ਕੋਈ ਪੈਸਾ ਖਰਚ ਕਰਨਾ ਹੁੰਦਾ। ਉਹਨਾਂ ਨੇ ਤਾਂ ਲਾਹਾ ਲੈਣਾ, ਸਹੂਲਤਾਂ ਲੈਣੀਆਂ। ਪਹਿਲਾਂ ਵਾਲੇ ਜਿਹੜੇ ਸੀ ਉਹ ਪਹਿਲਾਂ ਵਾਲੇ ਖਾ ਪੀ ਗਏ, ਜਿਹੜੇ ਹੁਣ ਵਾਲੇ ਇਹ ਖਾਈ ਪੀ ਜਾਂਦੇ, ਤਾਂ ਕੱਲ੍ਹ ਨੂੰ ਕੋਈ ਹੋਰ ਆਉਣਗੇ ਉਹ ਫਿਰ ਇਹਨਾਂ ਦੀ ਜਾਂਚ ਕਰਾਉਣਗੇ ਵੀ ਇਹਨਾਂ ਨੇ ਇਹ ਪੈਸਾ ਜਿਹੜਾ ਲੈਂਦਾ ਸੀ ਕਿੱਥੋਂ ਕਿੱਥੋਂ ਖਰਚਿਆ ਅਤੇ ਕਿੱਥੇ ਕਿੱਥੇ ਲਾਇਆ। ਸੋ ਉਹਨਾਂ ਨੇ ਗੱਲ ਕੀਤੀ ਹੈ, ਗੱਲ ਚੰਗੀ ਹੈ। ਜੇ ਇਹ ਪਿਰਤ ਪੈ ਜਾਂਦੀ ਹੈ, ਸੱਚਮੁੱਚ ਉਹ ਲੱਭ ਲੈਂਦੇ ਹੈ ਕਿ ਇਹ ਪੈਸਾ ਜਿਹੜਾ ਸੀ ਇਹਦੀ ਦੁਰਵਰਤੋਂ ਹੋਈ ਹੈ, ਜਿੰਨਾ ਕਰਜ਼ਾ ਆਇਆ ਸੀ ਉਹ ਠੀਕ ਢੰਗ ਦੇ ਉੱਤੇ ਖਰਚ ਨਹੀਂ ਕੀਤਾ ਗਿਆ। ਜਿਵੇਂ ਉਹਨਾਂ ਨੇ ਕਿਹਾ ਕਿ ਨਾ ਕੋਈ ਸਕੂਲ ਬਣਾਇਆ ਗਿਆ, ਨਾ ਕਾਲਜ ਬਣਾਇਆ ਗਿਆ, ਨਾ ਯੂਨੀਵਰਸਿਟੀ ਬਣਾਈ ਗਈ। ਜਿਹੜੀਆਂ ਯੂਨੀਵਰਸਿਟੀਆਂ ਪਹਿਲਾਂ ਚੱਲ ਰਹੀਆਂ ਨੇ ਉਹ ਘਾਟੇ 'ਚ ਡੁੱਬੀਆਂ ਪਈਆਂ ਨੇ। ਨਾ ਕੋਈ ਹੋਰ ਜਿਹੜਾ ਸੀ ਉਹ ਵਧੀਆ ਸੜਕਾਂ ਬਣਾਈਆਂ ਗਈਆਂ, ਫਲਾਈਓਵਰ ਬਣਾਏ ਗਏ। ਉਹ ਜਿਹੜੀਆਂ ਬਣੀਆਂ ਨੇ ਜਾਂ ਵਰਲਡ ਬੈਂਕ ਨੇ ਬਣਾਈਆਂ ਨੇ ਜਾਂ ਹੋਰ ਪ੍ਰਾਈਵੇਟ ਕੰਪਨੀਆਂ ਨੇ ਬਣਾ ਕੇ ਉਹਨਾਂ ਤੋਂ ਹੁਣ ਟੋਲ ਵਸੂਲ ਕਰ ਰਹੇ ਨੇ, ਅਤੇ ਸਰਕਾਰ ਨੇ ਤਾਂ ਉਹਦੇ ਵਿੱਚ ਕੁਛ ਨਹੀਂ ਕੀਤਾ। ਫਿਰ ਉਹ ਪੈਸਾ ਕਿੱਥੇ ਗਿਆ? ਠੀਕ ਆ, ਲੱਭ ਕੇ ਲਿਆਉਣ, ਲਿਆ ਕੇ ਲੋਕਾਂ ਨੂੰ ਦੱਸਣ ਬਈ ਸੱਚਮੁੱਚ ਇਹ ਸਰਕਾਰ ਜਿਹੜੀ ਉਹ ਕਵੇ ਕਿ ਹਾਂ ਜੀ ਅਸੀਂ ਤਾਂ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਾਂ। ਪਰ ਕਿੰਤੂ ਪਰੰਤੂ ਇਹਨਾਂ ਦੇ ਵੀ ਨਾਲ ਨਾਲ ਹੀ ਇਹ ਚੱਲੀ ਜਾਣੇ ਨੇ। ਇਸ ਗੱਲ ਤੋਂ ਵੀ ਬਚਣਾ ਪੈਣਾ ਹੈ ਜੇ ਠੀਕ ਢੰਗ ਨਾਲ ਕੰਮ ਕਰਨਾ ਤਾਂ।
ਜੀ ਸੰਧੂ ਸਾਹਿਬ, ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ। ਉਹਨਾਂ ਨੇ ਬੋਨਸ ਦੀ ਮੰਗ ਕੀਤੀ ਸੀ ਤੇ ਖਬਰਾਂ ਕਹਿੰਦੀਆਂ ਨੇ ਕਿ ਹੁੰਗਾਰਾ ਠੰਡਾ ਸੀ ਤੇ ਮੈਂ ਤੁਹਾਨੂੰ ਪੁੱਛਿਆ ਸੀ ਵੀ ਕਿੰਨਾ ਕੁ ਠੰਡਾ ਰਿਹਾ ਹੁੰਗਾਰਾ? ਤੇ ਇੱਕ ਆਪਾਂ ਨੂੰ ਬਾਹਰੋਂ ਸੁਨੇਹਾ ਆਇਆ ਸੀ, ਕਹਿੰਦੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ 24 ਘੰਟਿਆਂ 'ਚ ਬਰਗਾੜੀ ਦੇ ਦੋਸ਼ੀਆਂ ਨੂੰ ਅੰਦਰ ਕਰ ਦਾਂਗੇ। ਤੇ ਉਹਦੀ ਕੀ ਅਪਡੇਟ ਹੈ ਜੀ? ਦੋਨਾਂ ਦਾ ਜਵਾਬ ਦੇ ਦੇਣਾ। ਹਾਂਜੀ। ਪਹਿਲਾਂ ਕਣਕ ਵਾਲੀ ਗੱਲ ਕਰ ਲੈਂਦੇ ਆਪਾਂ, ਕਿਉਂਕਿ ਕਣਕ ਦਾ ਇਸ ਵਾਰੀ ਮਾਰਚ ਤੇ ਅਪ੍ਰੈਲ ਦੇ ਵਿੱਚ ਜਿਹੜਾ ਤਾਪਮਾਨ ਸੀ ਇੱਕਦਮ ਵੱਧ ਗਿਆ। ਜਿੰਨਾ ਪਹਿਲਾਂ ਹੁੰਦਾ ਸੀ ਨਾਰਮਲ, ਉਹਦੇ ਨਾਲੋਂ ਜ਼ਿਆਦਾ ਵੱਧ ਗਿਆ। ਉਹ ਵਧਣ ਕਰਕੇ ਜਿਹੜਾ ਕਣਕ ਦਾ ਦਾਣਾ ਆ ਉਹਦੇ ਉੱਤੇ ਇਫੈਕਟ ਪਿਆ, ਉਹ ਦਾਣਾ ਪਿਚਕ ਗਿਆ ਥੋੜ੍ਹਾ ਜਿਹਾ, ਵੇਟ ਘਟ ਗਿਆ, ਮਤਲਬ 20-25% ਝਾੜ ਘਟ ਗਿਆ। ਕਈ ਖੇਤਰਾਂ ਵਿੱਚ ਜ਼ਿਆਦਾ, ਕਈਆਂ ਦੇ ਵਿੱਚ ਘੱਟ, ਕਈਆਂ 'ਚ 5 ਤੋਂ 10% ਤੱਕ ਫਰਕ ਪਿਆ, ਕਈਆਂ 'ਤੇ 20 ਤੋਂ 25 ਤੇ 30 ਤੱਕ ਵੀ ਫਰਕ ਪਿਆ। ਕਿਸਾਨਾਂ ਨੇ ਮੀਟਿੰਗ ਕੀਤੀ, ਉਹਨਾਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ। ਬਲਵੀਰ ਸਿੰਘ ਰਾਜੇਵਾਲ ਧੜਾ ਉਹਦੇ 'ਚੋਂ ਗਾਇਬ ਸੀ, ਗੁਰਨਾਮ ਸਿੰਘ ਚੜੂਨੀ ਦਾ ਧੜਾ ਵੀ ਗਾਇਬ ਸੀ। ਬਾਕੀ ਦੇ ਆਗੂ ਜਿਹੜੇ ਸੀ ਉਹਨਾਂ ਨੇ ਮੁਲਾਕਾਤ ਕੀਤੀ ਵੀ ਨੁਕਸਾਨ ਇੰਨਾ ਹੋਇਆ ਕਿਸਾਨਾਂ ਦਾ, ਤੁਸੀਂ 500 ਰੁਪਇਆ ਪ੍ਰਤੀ ਕੁਇੰਟਲ ਬੋਨਸ ਦਿਓ। ਠੰਡਾ ਹੁੰਗਾਰਾ ਇਸ ਵਾਰ ਕਿਹਾ ਕਿ ਉਹਨਾਂ ਨੇ ਇਹ ਨਹੀਂ ਕਿਹਾ ਹਾਂ ਜੀ ਅਸੀਂ ਦੇਵਾਂਗੇ। ਉਹਨਾਂ ਨੇ ਕਿਹਾ ਜੀ ਪਹਿਲਾਂ ਅਸੀਂ ਜਾਇਜ਼ਾ ਲਵਾਂਗੇ ਕਿੰਨਾ ਕੁ ਨੁਕਸਾਨ ਹੋਇਆ, ਫਿਰ ਅਸੀਂ ਸਕੀਮ ਬਣਾਵਾਂਗੇ, ਵਿਚਾਰ ਕਰਾਂਗੇ, ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਤੋਂ ਬਾਅਦ ਕੁਛ ਨਾ ਕੁਛ ਜ਼ਰੂਰ ਜਿਹੜਾ ਉਹ ਦਿੱਤਾ ਜਾਵੇ। ਇਸ ਕਰਕੇ ਉਹ ਠੰਡਾ ਹੈ। ਹੋਰ ਵੀ ਕਈ ਗੱਲਾਂ ਕੀਤੀਆਂ ਉਹਨਾਂ ਨੇ, ਕੁਛ ਬਿਜਲੀ ਦੇ ਸੰਬੰਧ ਵਿੱਚ ਦਿੱਤੀ ਹੈ ਨਵੀਆਂ ਸਕੀਮਾਂ। ਉਹਨਾਂ ਨੇ ਨਵੀਂ ਸਕੀਮ ਚਲਾਈ ਹੈ ਕਿ ਜਿਹੜਾ ਪੰਜਾਬ ਹੈ ਇਹਨੂੰ 4 ਜ਼ੋਨਾਂ ਦੇ ਵਿੱਚ ਵੰਡ ਕੇ ਇਸ ਵਾਰੀ ਝੋਨੇ ਦੀ ਕਾਸ਼ਤ ਕੀਤੀ ਜਾਵੇ। ਇਕੱਲੇ ਵੱਖਰੇ ਵੱਖਰੇ ਜ਼ੋਨ ਦੇ ਵਿੱਚ ਵੱਖਰਾ ਵੱਖਰਾ ਉਹਦਾ ਟਾਈਮ ਫਿਕਸ ਕੀਤਾ ਜਾਵੇ। ਕਿਤੇ ਹੋਰ ਡੇਟ ਹੋਏ ਲਾਉਣ ਦੀ, ਝੋਨਾ ਸ਼ੁਰੂ ਕਰਨ ਦੀ ਕਿਤੇ ਹੋਰ ਡੇਟ ਹੋਏ, ਤਾਂ ਕਿ ਬਿਜਲੀ ਦਾ ਸੰਕਟ ਵੀ ਨਾ ਆਵੇ। ਅਤੇ ਅੱਗੇ ਜਦੋਂ ਬਾਅਦ ਵਿੱਚ ਝੋਨਾ ਪੱਕਣ ਤੋਂ ਬਾਅਦ ਮਾਰਕੀਟਿੰਗ ਹੁੰਦੀ ਹੈ, ਉਦੋਂ ਵੀ ਸਾਰਾ ਧਾਨ ਜਿਹੜਾ ਹੈ ਉਹ ਇਕੱਠਾ ਹੀ ਨਾ ਆ ਜਾਵੇ। ਕੁਛ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋਈਆਂ। ਹਾਲਾਂਕਿ ਜਿਹੜੇ ਕਿਸਾਨ ਆਗੂ ਉਹਨਾਂ ਨੇ ਕਿਹਾ ਕਿ ਸਾਡੀ ਮੀਟਿੰਗ ਅੱਛੇ ਮਾਹੌਲ ਦੇ ਵਿੱਚ ਹੋਈ ਆ, ਸਾਡੀਆਂ ਗੱਲਾਂ ਬੜੇ ਢੰਗ ਤਰੀਕੇ ਦੇ ਨਾਲ ਸੁਣੀਆਂ ਗਈਆਂ ਨੇ, ਪਰ ਅਸੀਂ ਉਹਨਾਂ ਨੂੰ ਉਦੋਂ ਹੀ ਢੰਗ ਤਰੀਕੇ ਵਾਲੀਆਂ ਮੰਨਾਂਗੇ ਜਦੋਂ ਉਹ ਅਮਲ ਦੇ ਧਰਾਤਲ ਉੱਤੇ ਖਰੀਆਂ ਉਤਰਨਗੀਆਂ, ਪੂਰੀਆਂ ਉਤਰਨਗੀਆਂ, ਜਾਂ ਉਹਨਾਂ ਵਿੱਚੋਂ ਨਿਕਲਿਆ ਕੀ ਹੈ, ਜਦੋਂ ਆਪਾਂ ਇਹ ਦੇਖਾਂਗੇ ਕਿ ਇਸ ਮੀਟਿੰਗ 'ਚੋਂ ਆਹ ਨਿਕਲਿਆ। ਦੂਜੀ ਗੱਲ ਜਿਹੜੀ ਹੈ, ਕੇਜਰੀਵਾਲ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਚੋਣ ਮੁਹਿੰਮ ਦੌਰਾਨ ਕਿ 24 ਘੰਟਿਆਂ ਦੇ ਵਿੱਚ ਅਸੀਂ ਦੋਸ਼ੀ ਫੜ ਲਵਾਂਗੇ। 24 ਘੰਟਿਆਂ 'ਚ ਨਹੀਂ, 24 ਮਿੰਟਾਂ ਦੇ ਵਿੱਚ ਵੀ ਫੜ ਸਕਦੇ ਸੀਗੇ। ਰਿਪੋਰਟਾਂ ਸਾਰੀਆਂ ਬਣੀਆਂ ਪਈਆਂ, ਕਮਿਸ਼ਨ ਦੀ ਰਿਪੋਰਟ ਬਣੀ ਪਈ ਹੈ, ਸਿੱਟ ਦੀ ਰਿਪੋਰਟ ਬਣੀ ਪਈ ਹੈ, ਔਰ ਸਿੱਟ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਵੱਖਰੇ ਵੱਖਰੇ ਆਪਣੇ ਵਿਚਾਰ ਜਿਹੜੇ ਸੀ ਉਹ ਪ੍ਰਗਟ ਕਰ ਚੁੱਕੇ ਨੇ ਕਿ ਕਿੱਥੇ ਕਿੱਥੇ ਕੀ ਕੁਛ ਹੋਇਆ। ਜਿਵੇਂ ਕੁੰਵਰ ਵਿਜੇ ਪ੍ਰਤਾਪ ਹੋਣਾ ਦਾ ਬਿਆਨ ਪਿਛਲੇ ਦਿਨ ਹੀ ਆਇਆ ਸੀ। ਉਹਨਾਂ ਨੇ ਕਿਹਾ ਜਿਹੜੇ ਮੇਰੇ ਨਾਲ 2 ਸੀਨੀਅਰ ਬੰਦੇ ਹੋਰ ਸੀਗੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ, ਉਹਨਾਂ ਨੇ ਇਸ ਸਾਰੇ ਮਾਮਲੇ ਨੂੰ ਇੱਕ ਤਰ੍ਹਾਂ ਨਾਲ ਤਾਰਪੀਡੋ ਕਰ ਦਿੱਤਾ। ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਉਹਨਾਂ ਨੂੰ ਉੱਚੇ ਉੱਚੇ ਅਹੁਦੇ ਬਖਸ਼ ਰਹੀ ਹੈ ਔਰ ਉੱਚੀਆਂ ਉੱਚੀਆਂ ਪਦਵੀਆਂ ਦੇ ਉੱਤੇ ਉਹਨਾਂ ਨੂੰ ਲਗਾ ਰਹੀ ਹੈ। ਅਤੇ ਫਿਰ ਜਾਂਚ ਜਿਹੜੀ ਸੀ ਉਹ ਕਿੱਧਰ ਗਈ ਅਤੇ ਉਹਦਾ ਫੈਸਲਾ ਕਿੱਧਰ ਨੂੰ ਗਿਆ? ਫਿਰ ਜਦੋਂ ਉਹਨਾਂ ਨੇ ਦੁਬਾਰਾ ਧਰਨਾ ਦਿੱਤਾ ਔਰ ਉਹਨਾਂ ਨੇ ਹਾਈਵੇ ਜਿਹੜਾ ਸੀ ਉਹ ਜਾਮ ਕੀਤਾ, ਪੀੜਤ ਧਿਰਾਂ ਨੇ, ਪਰਿਵਾਰਾਂ ਨੇ, ਅਤੇ ਇਹਨਾਂ ਨੇ ਕਿਹਾ ਗਿਆ ਜੀ ਅਸੀਂ 3 ਦਿਨਾਂ ਦੇ ਵਿੱਚ ਇਹਦੀ ਜਾਂਚ ਜਿਹੜੀ ਆ ਉਹ ਕਰਾਵਾਂਗੇ। ਮੌਕੇ ਦੇ ਉੱਤੇ ਵਕੀਲ ਭੇਜੇ ਗਏ, ਸਰਕਾਰ ਨੇ ਵਕੀਲ ਭੇਜੇ, ਉਹ ਜਾ ਕੇ ਮੁਜ਼ਾਹਰਾਕਾਰੀਆਂ ਨੂੰ, ਪ੍ਰਦਰਸ਼ਨ ਕਰਨ ਵਾਲਿਆਂ ਨੂੰ ਭਰੋਸਾ ਦਵਾ ਕੇ ਆਏ ਕਿ ਹੁਣ ਅਸੀਂ 3 ਦਿਨਾਂ 'ਚ ਕਰ ਦੇਵਾਂਗੇ ਜੀ। ਚਲੋ 24 ਘੰਟਿਆਂ ਤੋਂ ਬਾਅਦ 3 ਦਿਨ ਆ ਗਏ। ਫਿਰ ਲੋਕਾਂ ਨੂੰ ਆਸ ਬੱਝੀ ਵੀ ਕਿਹਾ 3 ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਏਗਾ। ਉਹਦੇ ਤੋਂ ਬਾਅਦ ਫਿਰ ਨਾਲ ਹੀ ਬਿਆਨ ਆ ਗਿਆ ਨਹੀਂ ਜੀ ਨਹੀਂ, ਇਹਨੂੰ 3 ਮਹੀਨੇ ਲੱਗਣਗੇ ਤਾਂ ਅਸੀਂ ਜਾਂਚ ਪੂਰੀ ਕਰਾਵਾਂਗੇ। ਸੋ 24 ਘੰਟੇ ਤੋਂ ਬਾਅਦ 3 ਦਿਨ, 3 ਦਿਨ ਤੋਂ ਬਾਅਦ 3 ਮਹੀਨੇ, ਔਰ ਮੈਨੂੰ ਲੱਗਦਾ 3 ਮਹੀਨੇ ਤੋਂ ਬਾਅਦ 3 ਸਾਲ, ਅਤੇ ਫਿਰ ਅੱਗੇ ਕਈ ਸਾਲ ਹੋਰ ਇੱਦਾਂ ਹੀ ਲੰਘ ਜਾਣਗੇ। ਕਿਉਂਕਿ ਜੋ ਕੁਛ ਉਹਦੇ ਪਿੱਛੇ ਹੋਇਆ, ਜੋ ਕੁਛ ਸੁਣੀਦਾ, ਜੋ ਕੁਛ ਦੱਸਿਆ ਜਾ ਰਿਹਾ, ਉਹ ਇਹਨਾਂ ਦੇ ਵਿੱਚੋਂ ਮੇਰਾ ਖਿਆਲ ਹੈ ਕਿਸੇ ਵੀ ਸਿਆਸੀ ਧਿਰ ਜਿਹੜੀ ਹੈ ਉਹਦੇ ਵਿੱਚ ਇੱਦਾਂ ਦੀ ਇੱਛਾ ਸ਼ਕਤੀ ਜਾਂ ਸਮਰੱਥਾ ਨਹੀਂ ਹੈ ਕਿ ਉਹ ਉਹਨਾਂ ਨੂੰ ਲੱਭ ਕੇ ਉਹਨਾਂ ਲੋਕਾਂ ਨੂੰ ਹੱਥ ਪਾ ਸਕੇ। ਇਸ ਕਰਕੇ ਇਸ ਮਾਮਲੇ ਦੇ ਅਜੇ ਸੁਲਝਣ ਦੀ ਜਾਂ ਇਹਦੇ ਹੱਲ ਹੋਣ ਦੀ ਜਾਂ ਹਕੀਕਤ ਸਾਹਮਣੇ ਆਉਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈ। ਹਾਂਜੀ। ਜੀ ਸੰਧੂ ਸਾਹਿਬ, ਇੱਕ ਹਿਮਾਚਲ ਪ੍ਰਦੇਸ਼ ਤੋਂ ਧਰਮ ਸੰਸਦ ਵਿੱਚ ਕਿਸੇ ਮਹੰਤ ਨੇ ਕਹਿ ਦਿੱਤਾ ਕਿ ਭਾਰਤ ਨੂੰ ਜੇਕਰ ਇਸਲਾਮਿਕ ਦੇਸ਼ ਬਣਨ ਤੋਂ ਰੋਕਣਾ ਹੈ ਤੇ ਹਿੰਦੂ ਵੱਧ ਬੱਚੇ ਪੈਦਾ ਕਰਨ, ਤੇ ਭਾਰਤ ਵਿੱਚ ਤਾਂ ਵੈਸੇ ਹੀ ਆਬਾਦੀ ਬੜੀ ਜ਼ਿਆਦਾ ਆ, ਇਸ ਕੰਪੀਟੀਸ਼ਨ ਦੇ ਵਿੱਚ ਕਿਤੇ ਊਂ ਨਾ ਕੰਮ ਹੋਰੇ ਪਾਸੇ ਲੈ ਜਾਣ। ਇਹ ਹੁਣ ਦੇਖੋ ਨਾ, ਇਹਨਾਂ ਦੀ ਲੋਕਾਂ ਦੀ ਆਪਣੀ ਆਪਣੀ ਸੋਚ ਹੈ, ਮਤਲਬ ਕਿਸ ਤਰ੍ਹਾਂ ਕਹਿਦੇ ਨੇ। ਤੁਸੀਂ ਕਿਸੇ ਨੂੰ ਮੋਟੀਵੇਟ ਕਰਕੇ ਜਾਂ ਕਿਸੇ ਨੂੰ ਸਮਝਾ ਕੇ ਬੁਝਾ ਕੇ ਵੱਧ ਜਾਂ ਘੱਟ ਉਹਦੇ ਬਾਰੇ ਤੁਸੀਂ ਕਰ ਸਕਦੇ ਹੋ ਕਿ ਕਿੰਨੀ ਜਨਰੇਸ਼ਨ ਹੈ, ਕਿੰਨੇ ਬੱਚੇ ਨੇ, ਕਿੰਨਿਆਂ ਦਾ ਅਸੀਂ ਪਾਲਣ ਪੋਸ਼ਣ ਕਰ ਸਕਦੇ ਹਾਂ, ਕਿੰਨਿਆਂ ਦਾ ਨਹੀਂ ਕਰ ਸਕਦੇ, ਚਾਹੇ ਉਹ ਕਿਸੇ ਜਾਤੀ ਦਾ ਹੈ, ਕਿਸੇ ਧਰਮ ਦਾ ਹੈ। ਪਰ ਪਰਟੀਕੂਲਰਲੀ ਨਾਮ ਲੈ ਕੇ ਟਿੱਪਣੀ ਇਹ ਕਰਨੀ ਕਿ ਇੱਥੇ ਭਾਰਤ ਜਿਹੜਾ ਹੈ ਜਿਸ ਢੰਗ ਜੇ ਸਾਡੀ ਮਤਲਬ ਕਿ ਜਿਹੜੇ ਹਿੰਦੂ ਪਰਿਵਾਰ ਹੈ ਉਹਨਾਂ ਦੇ ਵਿੱਚ ਬੱਚਿਆਂ ਦੀ ਜਨਮ ਦਰ ਜਿਹੜੀ ਹੈ ਉਹ ਨਾ ਵਧੀ, ਤਾਂ ਕੱਲ੍ਹ ਨੂੰ ਇਹ ਭਾਰਤ ਜਿਹੜਾ ਹੈ ਇਸਲਾਮਿਕ ਦੇਸ਼ ਬਣ ਜਾਏਗਾ। ਇਹਨੂੰ ਇਸਲਾਮਿਕ ਦੇਸ਼ ਬਣਨ ਤੋਂ ਬਚਾਉਣ ਵਾਸਤੇ
ਸਾਨੂੰ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ। ਉਹਨਾਂ ਦੇ ਖਿਲਾਫ ਪੁਲਿਸ ਨੇ ਮਤਲਬ ਕੇਸ ਦਰਜ ਕੀਤਾ, ਰਿਪੋਰਟ ਹੋਈ ਆ ਉਹਨਾਂ ਦੇ ਖਿਲਾਫ, ਔਰ ਵਾਰਨਿੰਗ ਵੀ ਦਿੱਤੀ ਗਈ ਅੱਗੇ ਤੋਂ ਕਿ ਕੋਈ ਇਹੋ ਜਿਹਾ ਜਿਹੜਾ ਬਿਆਨ ਆ ਉਹ ਪਹਿਲਾਂ ਨਾ ਦੇਵੇ। ਹਜੇ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਉਹਨਾਂ ਦੇ ਇੱਕ ਵੱਡੇ ਮਹੰਤ ਸੀਗੇ, ਉਹਨਾਂ ਨੇ ਪਹਿਲਾਂ ਉਹਦੇ ਬਾਰੇ ਬਿਆਨ ਦਿੱਤਾ ਸੀ। ਉਹ ਨਰਸਿੰਘਾਨੰਦ ਦੱਸੇ ਜਾਂਦੇ ਸੀ। ਇਹ ਸਤਿਆਦੇਵਾਨੰਦ ਸਰਸਵਤੀ ਜੀ ਹੈ ਜਿਨ੍ਹਾਂ ਨੇ ਹੁਣ ਹਿਮਾਚਲ ਦੇ ਵਿੱਚ ਬਿਆਨ ਦਿੱਤਾ ਹੈ, ਔਰ ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਬਿਆਨ ਦਿੱਤਾ ਸੀਗਾ। ਅਤੇ ਹੁਣ ਇਹਨਾਂ ਨੇ ਵੀ ਉਹੀ ਗੱਲ ਕੀਤੀ ਹੈ। ਉਹਨਾਂ ਨੂੰ ਵੀ ਨੋਟਿਸ ਜਾਰੀ ਹੋਇਆ ਸੀ, ਗ੍ਰਿਫਤਾਰੀ ਵੀ ਹੋਈ ਸੀ, ਉਹ ਜ਼ਮਾਨਤ ਦੇ ਉੱਤੇ ਬਾਹਰ ਆ ਗਏ। ਜ਼ਮਾਨਤ ਦੇ ਉੱਤੇ ਬਾਹਰ ਆ ਕੇ ਉਹਨਾਂ ਨੇ ਫਿਰ ਉਸੇ ਤਰ੍ਹਾਂ ਦੇ ਬਿਆਨ ਦਿੱਤਾ। ਜਿਹੜੀ ਉਹਨਾਂ ਨੇ ਧਰਮ ਸੰਸਦ ਦਾ ਆਯੋਜਨ ਕੀਤਾ ਸੀ ਹਰਿਦੁਆਰ ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਭੜਕਾਊ ਭਾਸ਼ਣ ਦਿੱਤਾ ਸੀਗਾ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਬਾਹਰ ਆ ਕੇ ਜ਼ਮਾਨਤ ਦੇ ਉੱਤੇ ਆ ਕੇ ਉਹ ਫਿਰ ਉਸੇ ਤਰ੍ਹਾਂ ਦਾ ਕੰਮ ਕਰ ਰਹੇ ਨੇ। ਇਹ ਜਦ ਕਿ ਉਹਨਾਂ ਦੇ ਹੀ ਆਰਗੇਨਾਈਜੇਸ਼ਨ ਦੇ ਇੱਕ ਹੋਰ ਮੰਤ ਸੀ ਜਿਨ੍ਹਾਂ ਨੇ ਹੁਣ ਇਹ ਹਿਮਾਚਲ ਦੇ ਵਿੱਚ ਬਿਆਨ ਦਿੱਤਾ ਹੈ ਕਿ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਨੇ, ਨਹੀਂ ਤਾਂ ਇੱਥੇ ਮਤਲਬ ਇਸ ਤਰ੍ਹਾਂ ਦੀ ਬਿਆਨਬਾਜ਼ੀ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਭਾਰਤ ਵਰਗੇ ਦੇਸ਼ ਵਿੱਚ ਸੰਵਿਧਾਨਕ ਜਿਹਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜੀ ਵਿਵਸਥਾ ਇਸ ਤਰ੍ਹਾਂ ਦੀ ਹੈ, ਸੈਕੂਲਰ ਸਟੇਟ ਇਹਨੂੰ ਬਣਾਇਆ ਗਿਆ। ਡਾਕਟਰ ਭੀਮ ਰਾਓ ਅੰਬੇਦਕਰ ਉਹਨਾਂ ਨੇ ਜਿਹੜੇ ਸੰਵਿਧਾਨ ਨਿਰਮਾਤਾ ਨੇ ਜੋ ਸੰਵਿਧਾਨ ਪੇਸ਼ ਕੀਤਾ ਸੀ ਉਹਨਾਂ ਨੇ, ਹੁਣ ਜੋ ਇਹ ਗੱਲਾਂ ਹੋ ਰਹੀਆਂ ਨੇ ਸੱਚ ਹੀ ਹੈ ਕਿ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਠੇਸ ਪਹੁੰਚਾਉਣ ਦੀ, ਉਸ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸੋਚ ਉਹਨਾਂ ਦੀ ਸੀ। ਕਿਉਂਕਿ ਨਾ ਕਹਿਣ ਦੇ ਬਾਵਜੂਦ ਵੀ ਹੈ ਜਿਹੜਾ ਜਾਤੀਵਾਦ ਹੈ ਉਹ ਕਿਸੇ ਨਾ ਕਿਸੇ ਪਾਸਿਓਂ ਸਿਰ ਚੁੱਕ ਕੇ ਖੜ੍ਹਾ ਹੋ ਜਾਂਦਾ ਹੈ, ਅਤੇ ਫਿਰ ਉਹਦੇ ਕਿੰਨਾ ਚਿਰ ਗੰਭੀਰ ਸਿੱਟੇ ਭੁਗਤਣੇ ਪੈਂਦੇ ਨੇ। 2-3 ਥਾਵਾਂ ਦੇ ਉੱਤੇ ਦੰਗੇ ਹੋਏ ਨੇ, ਦਿੱਲੀ ਦੇ ਵਿੱਚ ਵੀ ਹੋਏ ਨੇ ਪਿਛਲੇ ਦਿਨੀ ਦੰਗੇ, ਇਸੇ ਤਰ੍ਹਾਂ ਹੀ 2 ਜਿਹੜੇ ਸੀ ਫਿਰਕੇ ਉਹਨਾਂ ਦੇ ਦਰਮਿਆਨ, ਔਰ ਰੋਜ਼ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਕਲੇਸ਼ ਹੁੰਦਾ ਜਿਹੜਾ ਇਸ ਤੋਂ ਦੇਸ਼ ਨੂੰ ਬਚਾਉਣਾ ਚਾਹੀਦਾ ਹੈ ਜੇ ਦੇਸ਼ ਨੇ ਤਰੱਕੀ ਕਰਨੀ ਹੈ ਤਾਂ। ਸੰਧੂ ਸਾਹਿਬ, ਇੱਕ ਦੂਜੇ ਦੇ ਹਾਂਜੀ ਵਿਰੋਧ ਵਿੱਚ ਦੋਨੇ ਮੁਲਕਾਂ ਦੀਆਂ ਸਰਕਾਰਾਂ ਚੱਲਦੀਆਂ ਨੇ, ਭਾਰਤ ਤੇ ਪਾਕਿਸਤਾਨ ਦੀਆਂ, ਪਰ ਵਿੱਚ ਨੂੰ ਬੜੀ ਸੋਹਣੀ ਜਿਹੀ ਕਾਰਵਾਈ ਕਰ ਦਿੰਦੇ ਹੁੰਦੇ ਨੇ। ਹੁਣ ਪਾਕਿਸਤਾਨ ਦੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਨੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਆ ਕਿ ਮਿਲ ਕੇ ਕੰਮ ਕਰਨ ਦੀ ਲੋੜ ਹੈ। ਹੈਰਾਨ ਵੀ ਨਹੀਂ ਹੋਣ ਦਿੰਦੇ ਹੁਣ ਤੇ ਇਦਾਂ ਦੀਆਂ ਚਿੱਠੀਆਂ ਤੋਂ। ਰਮਨ ਜੀ ਦੇਖੋ, ਰਸਤੇ ਤਾਂ 2 ਹੀ ਹੈ ਨਾ, ਇੱਕ ਤਾਂ ਪਿਆਰ ਵਾਲਾ ਰਸਤਾ ਆ ਅਤੇ ਇੱਕ ਲੜਾਈ ਵਾਲਾ ਰਸਤਾ ਆ। ਜੇ ਲੜਾਈ ਹੁੰਦੀ ਹੈ, ਜੋ ਕੁਝ ਹੁਣ ਯੂਕਰੇਨ ਦੇ ਵਿੱਚ ਹੋ ਰਿਹਾ, ਰਸ਼ੀਆ ਦੇ ਵਿੱਚ ਹੋ ਰਿਹਾ, ਇਸ਼ੂ ਉੱਥੇ ਕੋਈ ਹੋਵੇ, ਮਸਲਾ ਕੋਈ ਹੋਵੇ, ਬਰਬਾਦੀ ਤਾਂ ਹੋ ਰਹੀ ਹੈ ਨਾ। ਦੋਨਾਂ ਪਾਸਿਆਂ ਦੇ ਲੋਕ ਮਰ ਰਹੇ ਨੇ, ਬਰਬਾਦੀ ਹੋ ਰਹੀ ਆ, ਸੱਤਿਆਨਾਸ਼ ਫਿਰ ਗਿਆ ਉਹ ਯੂਕਰੇਨ ਦਾ ਜਿਹੜਾ ਛੋਟਾ ਜਿਹਾ ਦੇਸ਼ ਹੈ। ਛੋਟੇ ਛੋਟੇ ਬੱਚੇ ਉੱਤੇ ਔਰ ਔਰਤਾਂ, ਉਹਨਾਂ ਦੀ ਨਾ ਵੀਡੀਓ ਦੇਖੀਆਂ ਜਾਂਦੀਆਂ, ਨਾ ਉਹਨਾਂ ਦੀ ਦੁਰਦਸ਼ਾ ਦੇਖੀ ਜਾਂਦੀ ਹੈ। ਔਰ ਭਾਰਤ ਅਤੇ ਪਾਕਿਸਤਾਨ ਜਿਹੜੀ ਸੀ ਇਹ ਵੀ ਹੁਣ ਤੱਕ ਕਿੰਨੀਆਂ 2-3 ਲੜਾਈਆਂ ਦਾ ਆਮਣਾ ਸਾਹਮਣਾ ਕਰ ਬੈਠੇ ਨੇ, ਕਿੰਨਾ ਨੁਕਸਾਨ ਕਰਵਾ ਬੈਠੇ ਨੇ। ਅਤੇ ਜੇ ਕੋਈ ਨੇਤਾ ਅੱਗੇ ਆ ਕੇ ਇਸ ਤਰ੍ਹਾਂ ਦੀ ਪਹਿਲ ਕਦਮੀ ਕਰਦਾ, ਵੈਸੇ ਤਾਂ ਉਹਦਾ ਖੈਰ ਮਕਦਮ ਕੀਤਾ ਜਾਣਾ ਚਾਹੀਦਾ ਹੈ। ਜੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਮਸਲੇ ਨੇ ਅਸੀਂ ਉਹਨਾਂ ਨੂੰ ਬੈਠ ਕੇ ਸ਼ਾਂਤੀ ਨਾਲ ਸੁਲਝਾਈਏ, ਚਾਹੇ ਉਹ ਕਸ਼ਮੀਰ ਦਾ ਮਸਲਾ ਆ ਅਤੇ ਚਾਹੇ ਕੋਈ ਹੋਰ ਹੈ, ਇਹ ਸਾਰੇ ਮਸਲੇ ਹੱਲ ਕਰੀਏ ਤਾਂ ਸਾਡੇ ਵਿੱਚ ਜਿਹੜੀ ਪੱਕੇ ਤੌਰ 'ਤੇ ਸ਼ਾਂਤੀ ਦੋਹਾਂ ਮੁਲਕਾਂ ਦੇ ਵਿੱਚ ਪੈਦਾ ਹੋ ਸਕਦੀ ਹੈ। ਔਰ ਸੱਚਮੁੱਚ ਹੀ ਹੈ ਕਿ ਜੇ ਇਹਨਾਂ ਦੇ ਵਿੱਚ ਆਪਸ ਵਿੱਚ ਸ਼ਾਂਤੀ ਪੈਦਾ ਹੋਵੇ ਤਾਂ ਜਿਹੜਾ ਸੱਭਿਆਚਾਰ ਦਾ ਆਦਾਨ ਪ੍ਰਦਾਨ ਵੀ ਹੋ ਸਕਦਾ ਹੈ। ਉਹਨਾਂ ਦੀਆਂ ਚੰਗੀਆਂ ਗੱਲਾਂ ਅਸੀਂ ਸਿੱਖ ਸਕਦੇ ਹਾਂ, ਸਾਡੀਆਂ ਉਹ ਸਿੱਖ ਸਕਦੇ ਨੇ, ਵਪਾਰ ਵੀ ਹੋ ਸਕਦਾ ਹੈ, ਲੈਣ ਦੇਣ ਵੀ ਹੋ ਸਕਦਾ ਹੈ, ਲੋਕਾਂ ਦਾ ਆਉਣਾ ਜਾਣਾ ਹੋ ਸਕਦਾ ਹੈ। ਉਹ ਤਦ ਹੀ ਹੋ ਸਕਦਾ ਜੇ ਹਾਲਾਤ ਸੁਖਾਵੇਂ ਹੋਣ। ਤਾਂ ਉਹਨਾਂ ਨੇ ਪਹਿਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਸੀਗੀ ਪ੍ਰਧਾਨ ਮੰਤਰੀ ਬਣਨ ਦੇ ਉੱਤੇ, ਅਤੇ ਉਹਨਾਂ ਨੇ ਫਿਰ ਉਹਦੇ ਜਵਾਬ ਵਿੱਚ ਇਹ ਲਿਖਿਆ ਕਿ ਆਪਾਂ ਸ਼ਾਂਤੀਪੂਰਨ ਢੰਗ ਦੇ ਨਾਲ ਮਿਲ ਬੈਠ ਕੇ ਸਾਰੇ ਮਸਲੇ ਜਿਹੜੇ ਨੇ ਉਹ ਹੱਲ ਕਰੀਏ। ਜੀ ਹਾਂਜੀ ਸੰਧੂ ਸਾਹਿਬ, ਖਬਰਾਂ ਦੇ ਵੇਰਵੇ ਤੇ ਜਾਣਕਾਰੀਆਂ ਲਈ ਬਹੁਤ ਬਹੁਤ ਧੰਨਵਾਦ ਜੀ, ਤੇ ਕੱਲ ਦੁਬਾਰਾ ਗੱਲ ਕਰਾਂਗੇ। ਠੀਕ ਹੈ ਰਮਨ ਜੀ, ਠੀਕ ਹੈ, ਧੰਨਵਾਦ।